ਆਗਰੇ ਦੀ ਧਰਤੀ ਦੇ ਉੱਤੇ ਇੱਕ ਗਰੀਬ ਵਿਅਕਤੀ ਰਹਿੰਦਾ ਹੈ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਰਧਾਲੂ ਹੈ। ਇਹਦੀ ਕੁੱਲ ਸੰਪਤੀ ਕੀ ਹੈ? ਇੱਕ ਛੋਟਾ ਜਿਹਾ ਘਰ, ਕੁਝ ਬਾਹਰ ਖੇਤਾਂ ਵਿੱਚੋਂ ਇਹ ਘਾਹ ਕੱਟ ਕੇ ਲਿਆਉਂਦਾ ਹੈ ਤੇ ਉਹ ਘਾਹ ਦੀ ਪੰਡ ਬਾਹਰ ਕਿਤੇ ਬਾਜ਼ਾਰ ਵਿੱਚ ਵੇਚ ਕੇ ਉਹਦੇ ਤੋਂ ਟਕਾ, ਅੱਧਾ ਟਕਾ ਜੋ ਵੀ ਇਹਨੂੰ ਪ੍ਰਾਪਤ ਹੁੰਦਾ ਹੈ, ਉਹਦੇ ਨਾਲ ਇਹ ਆਪਣੇ ਘਰ ਦਾ ਤੇ ਆਪਣਾ ਗੁਜ਼ਾਰਾ ਕਰਦਾ ਪਿਆ ਹੈ। ਹੁਣ ਪੂੰਜੀ ਕੋਲ ਇੰਨੀ ਨਹੀਂ ਕਿ ਸਫ਼ਰ ਖਰਚ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਜਾ ਸਕੇ, ਪਰ ਮਨ ਵਿੱਚ ਭਾਵਨਾ ਬਹੁਤ ਹੈ। ਇੱਕ ਦਿਨ ਕੀ ਹੋਇਆ ਕਿ ਖਬਰ ਮਿਲੀ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਉਸ ਵੇਲੇ ਦੀ ਹਕੂਮਤ ਨੇ ਤੱਤੀ ਤਵੀ ਤੇ ਬਿਠਾ ਕੇ ਗਰਮ ਰੇਤ ਸੀਸ ਵਿੱਚ ਪਾ ਕੇ ਸ਼ਹੀਦ ਕਰ ਦਿੱਤਾ ਹੈ ਤੇ ਗੁਰਤਾ ਗੱਦੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੈਠ ਗਏ ਹਨ। ਸਾਧ ਸੰਗਤ ਜੀ, ਸਮਾਂ ਆਪਣੀ ਚਾਲ ਚੱਲਦਾ ਗਿਆ ਤੇ ਇਧਰ ਜਿਹੜੀ ਦਰਸ਼ਨਾਂ ਦੀ ਤੜਫ ਸੀ, ਇਹ ਉਸ ਗਰੀਬ ਭਾਈ ਦੇ ਮਨ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਦੀ ਜਿਹੜੀ ਸਾਧ ਸੰਗਤ ਤਾਂਘ ਸੀ, ਇਹ ਵੱਧਦੀ ਗਈ। ਹਜੂਰ ਗਵਾਲੀਅਰ ਦੇ ਕਿਲੇ ਵਿੱਚ ਆਏ। ਇਸ ਧਰਤੀ ਤੋਂ 52 ਰਾਜਿਆਂ ਨੂੰ ਰਿਹਾ ਕਰਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਆਉਣਾ ਹੈ। ਪਹਿਲਾ ਪੜਾਅ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਗਰੇ ਦੀ ਧਰਤੀ ਤੇ ਕੀਤਾ। ਹੁਣ ਇਸੇ ਆਗਰੇ ਦੀ ਧਰਤੀ ਤੇ ਜਹਾਂਗੀਰ ਵੀ ਠਹਿਰਿਆ ਹੈ ਤੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਠਹਿਰੇ ਹਨ। ਕਿਸੇ ਨੇ ਆ ਕੇ ਇਸ ਗਰੀਬ ਭਾਈ ਦੇ ਘਰ ਦਾ ਦਰਵਾਜ਼ਾ ਖੜਕਾਇਆ। ਉਹ ਭਾਈਆ, ਅੱਜ ਤੇਰੇ ਕਰਮ ਜਾਗ ਪਏ। ਜਿਹੜੇ ਗੁਰੂ ਨੂੰ ਰਾਤ ਦਿਨ ਯਾਦ ਕਰਦਾ ਸੈਂ, ਉਹ ਗੁਰੂ ਤੇਰੇ ਇਸ ਆਗਰੇ ਦੀ ਧਰਤੀ ਤੇ ਡੇਰਾ ਲਾ ਕੇ ਬੈਠਾ ਹੈ। ਮਨ ਵਿੱਚ ਖੁਸ਼ੀ ਆਈ, ਤਿਆਰ ਹੋਇਆ ਕਿ ਮਨਾਂ ਜਾ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਦੀਦਾਰ ਕਰਾਂ। ਪਰ ਜਦੋਂ ਜੇਬ ਵੱਲ ਹੱਥ ਮਾਰਿਆ ਤੇ ਪੱਲੇ ਧੇਲਾ ਨਹੀਂ, ਕੋਈ ਟਕਾ ਨਹੀਂ। ਮਨ ਵਿੱਚ ਆਇਆ ਵੀ ਸਿੱਖ ਨੇ ਗੁਰੂ ਦੇ ਚਰਨਾਂ ਤੇ ਜਾ ਕੇ ਨਮਸਕਾਰ ਕਰਨੀ ਹੈ ਤੇ ਗੁਰੂ ਸਾਹਿਬ ਜੀ ਨੂੰ ਮੈਂ ਭੇਟਾ ਕੀ ਰੱਖਾਂਗਾ। ਅਖੀਰ ਘਰ ਦੀ ਨੁੱਕਰ ਵਿੱਚ ਘਾਹ ਦੀ ਪੰਡ ਪਈ ਨਜ਼ਰ ਆਈ ਤੇ ਮਨ ਵਿੱਚ ਵਿਉਂਤ ਬਣਾਉਂਦਾ ਹੈ, ਮਨਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਘੋੜੇ ਵੀ ਹਨ, ਕਿਉਂ ਨਾ ਹੋਵੇ ਭੇਟਾ ਹੀ ਦੇਣੀ ਹੈ। ਮੈਂ ਇਹ ਘਾਹ ਦੀ ਪੰਡ ਸਿਰ ਤੇ ਰੱਖ ਕੇ ਲੈ ਜਾਵਾਂ ਤੇ ਇਹੀ ਭੇਟਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਰੱਖ ਕੇ ਕਵਾਂਗਾ ਕਿ ਮਹਾਰਾਜ ਕਿਰਪਾ ਕਰੋ, ਮੇਰੀ ਸਮਰੱਥਾ ਦੇ ਮੁਤਾਬਕ ਮੇਰੇ ਗਰੀਬ ਦੀ ਭੇਟਾ ਆਪਣੇ ਘੋੜਿਆਂ ਦੇ ਵਾਸਤੇ ਪ੍ਰਵਾਨ ਕਰ ਲਵੋ। ਇਹਨੇ ਚੁੱਕੀ ਘਾਹ ਦੀ ਪੰਡ ਤੇ ਤੁਰ ਪਿਆ। ਜਾਣਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਤੰਬੂ ਵੱਲ ਤੇ ਇਤਿਹਾਸ ਕਹਿੰਦਾ ਭੁਲੇਖੇ ਨਾਲ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦੇ ਤੰਬੂ ਦੇ ਬਾਹਰ ਆ ਕੇ ਖੜ ਗਿਆ। ਪਹਿਰੇਦਾਰਾਂ ਨੇ ਰੋਕਿਆ, ਤੂੰ ਕੌਣ ਹੈ? ਉਹਨੇ ਕਿਹਾ, ਮੈਨੂੰ ਰੋਕੋ ਨਾ, ਜਾਣ ਦਿਓ, ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਹਨ। ਇੰਨੇ ਚਿਰ ਨੂੰ ਜਹਾਂਗੀਰ ਬਾਦਸ਼ਾਹ ਦੇ ਕੰਨਾਂ 'ਚ ਆਵਾਜ਼ ਪਈ। ਉਹਨੇ ਆਵਾਜ਼ ਦੇ ਕੇ ਕਿਹਾ, ਸਿਪਾਹੀਓ, ਇਹਨੂੰ ਅੰਦਰ ਆਉਣ ਦਿਓ। ਉਹ ਘਾਈ ਘਾਹ ਦੀ ਪੰਡ ਸਿਰ ਤੇ ਚੁੱਕੀ ਗਿਆ ਅੰਦਰ ਤੰਬੂ ਵਿੱਚ। ਜਹਾਂਗੀਰ ਬਾਦਸ਼ਾਹ ਦੇ ਪੈਰਾਂ ਵਿੱਚ ਉਹਨੇ ਘਾਹ ਦੀ ਪੰਡ ਰੱਖ ਕੇ ਕਿਹਾ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਅੰਦਰ ਦੀ ਸੁੱਖ ਸ਼ਾਂਤੀ ਬਖਸ਼ੋ। ਜਦੋਂ ਇਹ ਸ਼ਬਦ ਹਿੰਦੁਸਤਾਨ ਦੇ ਬਾਦਸ਼ਾਹ ਦੇ ਕੰਨਾਂ ਵਿੱਚ ਪਏ, ਜਿਹੜਾ ਘਰ ਸਾਧ ਸੰਗਤ ਆਪ ਅੰਦਰੋਂ ਖੋਖਲਾ ਸੀ, ਉਹ ਕਿਸੇ ਨੂੰ ਸੁੱਖ ਸ਼ਾਂਤੀ ਕਿਵੇਂ ਦੇ ਸਕਦਾ ਸੀ? ਸੁੱਖ ਸ਼ਾਂਤੀ ਤਾਂ ਉਹੀ ਦੇਵੇਗਾ ਜਿਹੜਾ ਆਪ ਸ਼ਾਂਤ ਹੈ, ਆਪ ਸੁਖੀ ਹੈ, ਆਪ ਸਹਿਜ ਅਵਸਥਾ ਦੇ ਅੰਦਰ ਹੈ। ਇਹਦੇ ਮਨ ਵਿੱਚ ਆਇਆ ਵੀ ਇਸ ਘਾਈ ਨੂੰ, ਇਸ ਗਰੀਬ ਨੂੰ ਕੋਈ ਭੁਲੇਖਾ ਲੱਗ ਗਿਆ। ਉਹਨੇ ਕਿਹਾ, ਭਾਈ ਮੈਨੂੰ ਲੱਗਦਾ ਵੀ ਤੂੰ ਗਲਤ ਥਾਂ ਤੇ ਆ ਗਿਆ। ਤੂੰ ਸ਼ਾਇਦ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਣਾ ਸੀ, ਪਰ ਅੱਜ ਤੂੰ ਇਸ ਤੰਬੂ ਵਿੱਚ ਆਇਆ ਜਿਹੜਾ ਤੰਬੂ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦਾ ਤੰਬੂ ਹੈ। ਕੋਈ ਗੱਲ ਨਹੀਂ, ਦੱਸ ਤੈਨੂੰ ਕੀ ਚਾਹੀਦਾ ਹੈ? ਤੇ ਸਾਧ ਸੰਗਤ, ਉਹ ਘਾਈ ਨੇ ਹੱਥ ਜੋੜ ਕੇ ਕਿਹਾ, ਬਾਦਸ਼ਾਹ ਮੇਰੀ ਭੁੱਲ ਦੀ ਮੁਆਫੀ ਦੇ ਦਿਓ, ਮੈਨੂੰ ਕੁਝ ਨਹੀਂ ਚਾਹੀਦਾ। ਮੈਂ ਭੁਲੇਖੇ ਨਾਲ ਤੁਹਾਡੇ ਤੰਬੂ ਵਿੱਚ ਆ ਗਿਆ। ਮੈਂ ਤੇ ਆਪਣੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਆਇਆ ਸੀ। ਉਹਨੇ ਘਾਹ ਦੀ ਪੰਡ ਚੁੱਕੀ ਤੇ ਚੱਲਣ ਲੱਗਾ ਤੇ ਉਸ ਵੇਲੇ ਹਿੰਦੁਸਤਾਨ ਦੇ ਬਾਦਸ਼ਾਹ ਨੇ ਕਿਹਾ, ਉਹ ਘਾਈਆ, ਤੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਕਿਸੇ ਵੀ ਵਿਅਕਤੀ ਦੇ ਅੱਗੇ ਭੇਟਾ ਰੱਖ ਕੇ ਚੁੱਕ ਲੈਣੀ ਉਹਦੀ ਤੌਹੀਨ ਹੈ ਤੇ ਤੂੰ ਮੇਰੀ ਸ਼ਰੇਆਮ ਤੌਹੀਨ ਕਰਦਾ ਪਿਆ ਹੈ। ਇਸ ਘਾਹ ਦੀ ਪੰਡ ਬਦਲੇ ਦੱਸ ਤੈਨੂੰ ਕਿੰਨੀਆਂ ਮੋਹਰਾਂ ਚਾਹੀਦੀਆਂ ਨੇ, ਮੈਂ ਮੋਹਰਾਂ ਦੇ ਦਿਆਂਗਾ ਤੇ ਤੂੰ ਉਹ ਮੋਹਰਾਂ ਜਾ ਕੇ ਆਪਣੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਅੱਗੇ ਭੇਟਾ ਦੇ ਰੂਪ ਵਿੱਚ ਰੱਖ ਦਵੀਂ। ਉੱਥੇ ਉਸ ਘਾਈ ਨੇ ਇੱਕ ਬਚਨ ਕਿਹਾ। ਇਤਿਹਾਸ ਵਿੱਚ ਇਹ ਬਚਨ ਬੜਾ ਪਿਆਰਾ ਲਿਖਿਆ ਹੈ। ਉਹ ਕਹਿਣ ਲੱਗਾ, ਬਾਦਸ਼ਾਹ ਜਹਾਂਗੀਰ,
ਸਿੱਕਿਆਂ ਦੀ ਮੋਹਰਾਂ ਦੀ ਸਾਡੇ ਘਰ ਵਿੱਚ ਕੋਈ ਕਮੀ ਨਹੀਂ ਸੀ। ਲੋਧੀਆਂ ਦਾ ਰਾਜ ਸੀ, ਅਸੀਂ ਵੀ ਬੜੇ ਅਮੀਰ ਸਾਂ। ਪਰ ਜਦੋਂ ਸਰਕਾਰ ਬਦਲੀ ਤੇ ਉਹਦੇ ਤੋਂ ਬਾਅਦ ਸਾਡੇ ਘਰ ਵਿੱਚ ਪਏ ਹੋਏ ਸਿੱਕੇ ਖੋਟੇ ਹੋ ਗਏ। ਕਿ ਲੋਧੀਆਂ ਵੇਲੇ ਦੇ ਸਿੱਕੇ ਤੇਰੇ ਘਰ ਵਿੱਚ ਚੱਲ ਸਕਦੇ ਨੇ? ਹਿੰਦੁਸਤਾਨ ਦਾ ਬਾਦਸ਼ਾਹ ਕਹਿੰਦਾ ਕਿਹੜੀਆਂ ਭੋਲੀਆਂ ਗੱਲਾਂ ਕਰਦਾ ਹੈ ਤੂੰ, ਲੋਧੀਆਂ ਵੇਲੇ ਦੇ ਸਿੱਕਿਆਂ ਦੀ ਗੱਲ ਕਰਦਾ ਹੈ। ਇਸ ਮੇਰੇ ਰਾਜ ਭਾਗ ਦੇ ਅੰਦਰ ਮੇਰੇ ਪਿਤਾ ਅਕਬਰ ਬਾਦਸ਼ਾਹ ਦੇ ਬਣਾਏ ਸਿੱਕੇ ਤੇ ਮੋਹਰ ਪ੍ਰਵਾਨ ਨਹੀਂ, ਇੱਥੇ ਮੇਰੀ ਮੋਹਰ ਤੇ ਮੇਰਾ ਸਿੱਕਾ ਚੱਲਦਾ ਹੈ ਤੇ ਤੂੰ ਕਿੱਥੋਂ ਲੋਧੀਆਂ ਵੇਲੇ ਦੇ ਸਿੱਕਿਆਂ ਦੀ ਗੱਲ ਕਰ ਰਿਹਾ ਹੈ। ਸਾਧ ਸੰਗਤ ਯਾਦ ਰੱਖਣਾ, ਇਹ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਜੇ। ਤੁਸੀਂ ਹਿੰਦੁਸਤਾਨ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਇੱਕ ਬੰਨੇ ਗੁਰਬਾਣੀ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਬੇ ਨਾਨਕ ਦੀ ਬਾਣੀ ਪੜ੍ਹੀਏ, ਬਾਣੀ ਭਾਵੇਂ ਦੂਸਰੇ ਪਾਤਸ਼ਾਹ ਦੀ ਹੋਵੇ, ਬਾਣੀ ਭਾਵੇਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਹੋਵੇ, ਬਾਣੀ ਭਾਵੇਂ ਗੁਰੂ ਅਰਜਨ ਦੇਵ ਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੋਵੇ, ਜਦੋਂ ਵੀ ਕਿਸੇ ਗੁਰੂ ਸਾਹਿਬ ਨੇ ਸ਼ਲੋਕ ਜਾਂ ਸ਼ਬਦ ਦੀ ਸਮਾਪਤੀ ਕੀਤੀ, ਉਹਦੇ ਤੋਂ ਬਾਅਦ ਮੋਹਰ ਆਪਣੀ ਨਹੀਂ, ਮੋਹਰ ਕੇਵਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਂ ਦੀ ਰੱਖੀ। ਕਿਉਂਕਿ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਪਰ ਜਦੋਂ ਤੁਸੀਂ ਹਿੰਦੁਸਤਾਨ ਦਾ ਇਤਿਹਾਸ ਪੜ੍ਹਦੇ ਹੋ, ਬਾਬਰ ਦੀ ਬਣਾਈ ਮੋਹਰ ਨੂੰ ਹਮਾਯੂੰ ਪ੍ਰਵਾਨ ਨਹੀਂ ਕਰਦਾ, ਹਮਾਯੂੰ ਦੀ ਬਣਾਈ ਮੋਹਰ ਨੂੰ ਅਕਬਰ ਪ੍ਰਵਾਨ ਨਹੀਂ ਕਰਦਾ, ਅਕਬਰ ਦੀ ਜਹਾਂਗੀਰ, ਜਹਾਂਗੀਰ ਦੀ ਸ਼ਾਹਜਹਾਨ ਤੇ ਸ਼ਾਹਜਹਾਨ ਦੇ ਬਣਾਏ ਸਿੱਕੇ ਨੂੰ ਔਰੰਗਜ਼ੇਬ ਪ੍ਰਵਾਨ ਨਹੀਂ ਕਰਦਾ। ਪਰ ਇੱਧਰ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਿਆਦਾ ਵੇਖੋ। ਗੁਰੂ ਸਾਹਿਬ ਦੀ ਬਾਣੀ ਤਾਂ ਵੱਡੀ ਗੱਲ ਹੈ। ਜੇ ਕਿਤੇ ਸਿੱਖਾਂ ਨੇ ਰਾਜ ਭਾਗ ਕੀਤਾ, ਰਾਜ ਕਾਇਮ ਕੀਤਾ, ਰਾਜ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦਾ ਸੀ, ਰਾਜ ਭਾਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸੀ, ਸਾਡੇ ਉਹਨਾਂ ਬਜ਼ੁਰਗਾਂ ਨੇ ਵੀ ਆਪਣੇ ਨਾਂ ਦਾ ਸਿੱਕਾ, ਆਪਣੇ ਨਾਂ ਦਾ ਕੈਲੰਡਰ ਜਾਂ ਆਪਣੇ ਨਾਂ ਦੀ ਮੋਹਰ ਨਹੀਂ ਸਥਾਪਿਤ ਕੀਤੀ। ਉਹਨਾਂ ਕਿਹਾ ਦੁਨੀਆ ਤੇ ਮੋਹਰ ਕੇਵਲ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਰਵੇਗੀ। ਤੇ ਸ਼ਬਦ ਲਿਖ ਦਿੱਤੇ, ਦੇਗੋਂ ਤੇਗੋਂ ਫਤਿਹ ਨੁਸਰਤ ਬੇਦ ਰੰਗ ਜਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਖੈਰ ਮੈਂ ਆਪ ਜੀ ਦੇ ਗਿਆਤ ਲਈ ਇਹ ਬੇਨਤੀ ਕਰ ਰਿਹਾ, ਜਦੋਂ ਇਹ ਸ਼ਬਦ ਹਿੰਦੁਸਤਾਨ ਦੇ ਬਾਦਸ਼ਾਹ ਨੇ ਸੁਣੇ ਤੇ ਉੱਥੇ ਫਿਰਕਾਈ ਨੇ ਜਵਾਬ ਦਿੱਤਾ। ਉਹ ਕਹਿਣ ਲੱਗਾ, ਬਾਦਸ਼ਾਹ ਜਹਾਂਗੀਰ, ਜੇਕਰ ਤੇਰੇ ਬਾਪ ਦੇ ਬਣਾਏ ਸਿੱਕੇ ਤੇ ਮੋਹਰਾਂ ਤੇਰੇ ਰਾਜ ਭਾਗ ਵਿੱਚ ਨਹੀਂ ਚੱਲਣਗੀਆਂ, ਖੋਟੀਆਂ ਨੇ, ਤੇ ਫਿਰ ਤੇਰੇ ਆ ਜਿਹੜੇ ਮੈਨੂੰ ਘਾਹ ਦੀ ਪੰਡ ਬਦਲੇ ਦਿੱਤੇ ਹੋਏ ਸਿੱਕੇ ਨੇ, ਦਿੱਤੀਆਂ ਹੋਈਆਂ ਮੋਹਰਾਂ ਨੇ, ਇਹ ਮੇਰੇ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਕਿਵੇਂ ਚੱਲਣਗੀਆਂ। ਇਹ ਕਹਿ ਕੇ ਉਹਨੇ ਜੁਰਤ ਨਾਲ ਪੰਡ ਚੱਕੀ ਤੇ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦੇ ਤੰਬੂ ਚੋਂ ਉਹ ਘਾਈ ਬਾਹਰ ਆਇਆ, ਗਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਤੰਬੂ ਵੱਲ। ਸ਼ਾਮ ਦਾ ਦੀਵਾਨ ਸੱਜਿਆ, ਸਮਾਪਤੀ ਹੋਈ, ਮਹਾਰਾਜ ਬਾਹਰ ਆ ਰਹੇ ਨੇ। ਇਹ ਨਹੀਂ ਵੇਖਿਆ ਵੀ ਇਹ ਘਾਈ ਸਿੱਖ ਗਰੀਬ ਹੈ, ਇਹਦੇ ਕੱਪੜੇ ਮੈਲੇ ਕੁਚੈਲੇ ਨੇ, ਇਹਦੇ ਚੋਂ ਪਸੀਨੇ ਦੀ ਬਦਬੂ ਆਉਂਦੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਘਰ ਹਮੇਸ਼ਾ ਗਰੀਬਾਂ ਨੂੰ ਨਵਾਜਦਾ ਰਿਹਾ ਹੈ। ਔਰ ਸਾਧ ਸੰਗਤ, ਇੱਥੇ ਗੱਲ ਅਮੀਰੀ ਤੇ ਗਰੀਬੀ ਦੀ ਨਹੀਂ, ਗੱਲ ਕੇਵਲ ਅੰਦਰ ਦੀ ਭਾਵਨਾ ਦੀ ਹੈ। ਦਰਸ਼ਨ ਦੀਦਾਰ ਕੀਤੇ, ਅੱਜ ਐਉਂ ਲੱਗਾ ਕਿ ਮੇਰੇ ਕਰਮ ਜਾਗ ਪਏ ਨੇ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਮਨੋਂ ਸੁੱਤੇ ਹੋਏ ਕਰਮ ਸੁੱਤਾ ਹੋਇਆ ਮਨ ਜਾਗ ਪਿਆ, ਰੱਖ ਕੇ ਭੇਟਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ। ਕਹਿਣ ਲੱਗਾ, ਮਹਾਰਾਜ ਮੇਰੀ ਗਰੀਬ ਦੀ ਭੇਟਾ ਪ੍ਰਵਾਨ ਕਰੋ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਗਰੀਬ ਘਾਈ ਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਅਨੇਕਾਂ ਬਖਸ਼ਿਸ਼ਾਂ ਕਰਕੇ ਸਦਾ ਵਾਸਤੇ ਨਿਹਾਲ ਕਰ ਦਿੱਤਾ। ਤੇ ਉਸ ਗਰੀਬ ਸਿੱਖ ਦਾ ਰੋਮ ਰੋਮ ਖਿੜ ਗਿਆ, ਅੱਖਾਂ ਵਿੱਚ ਹੰਝੂ ਹੈ, ਹੌਕੇ ਨੇ ਬਰਾਗ ਹੈ। ਮਹਾਰਾਜ ਕਹਿਣ ਲੱਗੇ ਕਿ ਸਿੱਖਾ ਇਹ ਸਮਾਂ ਬਰਾਗ ਦਾ ਨਹੀਂ। ਅਗਲੇ ਬੰਨਿਓ ਬੇਨਤੀ ਕਰਦਾ ਹੈ ਇਹ ਗਰੀਬ ਸਿੱਖ, ਕਹਿੰਦਾ ਮਹਾਰਾਜ ਇਹ ਬਰਾਗ ਤਾਂ ਹੈ ਕਿ ਕਈ ਸਾਲਾਂ ਤੋਂ ਉਡੀਕਦਾ ਪਿਆ ਸੀ, ਪਰ ਧੰਨ ਮੇਰੇ ਸੱਚੇ ਪਾਤਸ਼ਾਹ ਜਿਨਨੇ ਮੇਰੀ ਇਸ ਆਗਰੇ ਦੀ ਧਰਤੀ ਤੇ ਮੇਰੇ ਸੁੱਤੇ ਹੋਏ ਭਾਗ ਜਗਾ ਦਿੱਤੇ ਹਨ।